ਡੀਡੀ ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਸਵਾਗਤ। ਮੈਂ ਹਾਂ ਰੀਮਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਦੀ ਕੋਹ ਕਰਾਂਗੇ, ਜਾਣਾਂਗੇ ਇਹਨਾਂ ਦੇ ਪਿੱਛੇ ਲੁਕੇ ਹੋਏ ਤੱਥਾਂ ਨੂੰ। ਔਰ ਇਸ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਮੌਜੂਦ ਨੇ ਸਾਡੇ ਅੱਜ ਦੇ ਮਾਹਰ ਮਹਿਮਾਨ ਡਾਕਟਰ ਲਖਵਿੰਦਰ ਚੌਲ ਹੁਣੀ। ਲੇਕਿਨ ਸਭ ਤੋਂ ਪਹਿਲਾਂ ਖਬਰਾਂ ਵੱਲ ਰੁਖ ਕਰਨ ਤੋਂ ਪਹਿਲਾਂ ਅਸੀਂ ਸਾਰੇ ਹੀ ਦਰਸ਼ਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਜੌਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਕੀ ਕਹਿਣਾ ਚਾਹੋਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਬਾਰੇ? ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਹੈ, ਜਿਹੜਾ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ। ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀਆਂ ਜੋ ਸਿੱਖਿਆਵਾਂ ਨੇ, ਉਹਨਾਂ ਦੇ ਜੋ ਉਪਦੇਸ਼ ਨੇ, ਉਹਨਾਂ ਦੀ ਜੋ ਫਲਸਫਾ, ਉਹਨਾਂ ਦਾ ਜੋ ਉਹਦਾ ਬਹੁਤ ਜ਼ਿਆਦਾ ਮਹੱਤਵ ਹੈ, ਕਿਉਂਕਿ ਮਨੁੱਖਤਾ ਜਿਸ ਪਾਸੇ ਨੂੰ ਜਾ ਰਹੀ ਹੈ ਉਸ ਪਾਸੇ ਤੋਂ ਮੋੜਨ ਦੇ ਲਈ ਵੀ ਉਹ ਫਲਸਫਾ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 5.5 ਸਦੀਆਂ ਪਹਿਲਾਂ ਦਿੱਤਾ ਸੀ, ਉਹਦੀ ਬੇਹੱਦ ਜ਼ਰੂਰਤ ਹੈ। ਜਦੋਂ ਉਹਨਾਂ ਨੇ ਅਜੇ ਉਦਾਸੀਆਂ 'ਤੇ ਤੁਰਨਾ ਸੀ, ਆਪਾਂ ਸਾਰਿਆਂ ਨੂੰ ਪਤਾ ਹੈ, ਜਿਹੜਾ ਉਹ ਕਾਲੀ ਬੇਈ ਵਾਲਾ ਉਪਕਰਨ ਜਦੋਂ ਉਹ ਉੱਥੋਂ ਨਿਕਲੇ ਸੀ ਬਾਹਰ 3 ਦਿਨਾਂ ਦੀ ਸਮਾਧੀ ਤੋਂ ਬਾਅਦ, ਤੇ ਉਹਨਾਂ ਨੇ ਸਭ ਤੋਂ ਪਹਿਲੇ ਜਿਹੜੇ ਸ਼ਬਦ ਉਚਾਰੇ ਸੀ ਉਹ ਉਚਾਰੇ ਸੀ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਜਿਹਦਾ ਮਤਲਬ ਇਹ ਸੀਗਾ ਕਿ ਇਸ ਭਾਰਤ ਭੂਮੀ ਦੇ ਵਿੱਚ ਜਿਹੜਾ ਇਹ ਦੱਖਣੀ ਏਸ਼ੀਆ ਦਾ ਇਹ ਹਿੱਸਾ ਹੈ, ਔਰ ਜਿਸ ਹਿੱਸੇ ਦੇ ਵਿੱਚ ਉਹ ਕਰਮਯੋਗੀ ਸੀਗੇ, ਕਰਮ ਕਰ ਰਹੇ ਸੀ ਆਪਣਾ, ਉਹ ਹਿੱਸਾ ਜਿਹੜਾ ਉਹ ਉੱਤਰ ਪੱਛਮ ਦਾ ਇਹ ਹਿੱਸਾ ਪੰਜਾਬ ਭੂਮੀ ਜਿਹਨੂੰ ਆਪਾਂ ਕਹਿੰਦੇ ਹਾਂ। ਔਰ ਉੱਥੇ ਉਹਨਾਂ ਨੇ ਇਹ ਗੱਲ ਭਾਂਪ ਲਈ ਸੀਗੀ ਕਿ ਜਿੰਨਾ ਚਿਰ ਜਿਹੜਾ ਉਹ ਮਾਨਵਤਾ ਆਪਸ ਵਿੱਚ ਮਿਲ ਜੁਲ ਕੇ ਨਹੀਂ ਰਹਿੰਦੀ, ਜਿੰਨਾ ਚਿਰ ਸਾਰੇ ਧਰਮ, ਸਾਰੀਆਂ ਜਾਤੀਆਂ ਆਪਸ ਵਿੱਚ ਮਿਲ ਜੁਲ ਕੇ ਨਹੀਂ ਰਹਿੰਦੀਆਂ, ਉਹਨਾਂ ਚਿਰ ਇਸ ਦੇਸ਼ ਦਾ ਔਰ ਦੁਨੀਆ ਦਾ ਕਲਿਆਣ ਨਹੀਂ ਹੈਗਾ। ਉਸੇ ਫਲਸਫੇ ਨੂੰ ਉਹਨਾਂ ਨੇ ਫਿਰ ਅੱਗੋਂ ਆਪਣੀ ਬਾਣੀ ਦੇ ਵਿੱਚ ਜਿਹੜਾ ਉਹ ਕੀਤਾ, ਪ੍ਰਸਤੁਤ ਕੀਤਾ, ਔਰ ਫਿਰ ਉਹ ਜਿਹੜਾ ਉਹ ਦੁਨੀਆ ਭਰ ਦੇ ਭ੍ਰਮਣ ਲਈ ਉਹਦਾ ਸੰਦੇਸ਼ ਦੇਣ ਲਈ ਵੀ ਪਹੁੰਚੇ, ਜਿਹਦੇ ਵਿੱਚ ਉਹ ਇੱਧਰ ਹਰਿਦੁਆਰ ਤੱਕ ਵੀ ਗਏ, ਉੱਧਰ ਬਗਦਾਦ ਤੱਕ ਵੀ ਗਏ, ਔਰ ਸਾਊਥ ਦੇ ਵਿੱਚ, ਦੱਖਣ ਦੇ ਵਿੱਚ ਜਿਹੜਾ ਉਹ ਸ਼੍ਰੀਲੰਕਾ ਤੱਕ ਵੀ ਗਏ। ਔਰ ਇਹ ਸੰਦੇਸ਼ ਜਿਹੜਾ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ, ਖਾਸ ਤੌਰ 'ਤੇ ਏਸ਼ੀਅਨ ਦੇਸ਼ਾਂ ਦੇ ਵਿੱਚ ਘੁੰਮ ਕੇ ਦਿੱਤਾ, ਜਿਹੜੇ ਲਗਭਗ 21 ਸਾਲਾਂ ਤੱਕ ਉਹ ਭ੍ਰਮਣ ਕਰਦੇ ਰਹੇ ਔਰ ਲੋਕਾਂ ਨੂੰ ਸੰਦੇਸ਼ ਦਿੰਦੇ ਰਹੇ। ਉਸ ਸੰਦੇਸ਼ ਦੀ ਅੱਜ ਦੇ ਸੰਦਰਭ ਵਿੱਚ ਵੀ ਬੇਹੱਦ ਜ਼ਰੂਰਤ ਹੈ। ਅੱਜ ਜਦੋਂ ਅਸੀਂ ਇਹ ਦਿਹਾੜਾ ਮਨਾ ਰਹੇ ਹਾਂ, ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਦੀ, ਕਿਉਂਕਿ ਸਾਡੇ ਆਪਣੇ ਦੇਸ਼ ਦੀ ਜੋ ਸੰਵਿਧਾਨਕ ਵਿਵਸਥਾ ਆ ਉਹ ਵੀ ਉਹਨਾਂ ਸਿਧਾਂਤਾਂ ਦੇ ਇਰਦ ਗਿਰਦ ਹੀ ਘੁੰਮਦੀ ਹੈ, ਕਿਉਂਕਿ ਅਸੀਂ ਜਿਹੜਾ ਇੱਕ ਮਲਟੀਨੈਸ਼ਨਲ ਦੇਸ਼ ਹੈ, ਇੱਥੇ ਬਹੁਤ ਸੱਭਿਆਚਾਰਾਂ ਦਾ ਪਸਾਰ ਹੈ, ਬਹੁਤ ਭਾਸ਼ਾਵਾਂ ਨੇ, ਬਹੁਤ ਜਾਤੀਆਂ ਦੇ ਲੋਕ ਰਹਿੰਦੇ ਨੇ, ਸਾਰਿਆਂ ਦਾ ਮਿਲ ਜੁਲ ਕੇ ਰਹਿਣਾ। ਔਰ ਪੁਰਾਣੇ ਸਾਡੇ ਸਾਰੇ ਮਹਾਂਪੁਰਖਾਂ ਤੋਂ, ਕਿਉਂਕਿ ਰਿਗਵੇਦ ਤੋਂ ਲੈ ਕੇ ਗੁਰਮਤਿ ਕਾਵਿ ਤੱਕ ਤੇ ਅੱਜ ਤੱਕ ਜਿਹੜਾ ਸਾਰੇ ਮਹਾਂਪੁਰਖਾਂ ਨੇ ਇਸੇ ਗੱਲ ਦਾ ਸੰਦੇਸ਼ ਦਿੱਤਾ ਕਿ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਤੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਸੰਦੇਸ਼ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਦਾ ਵੀ ਹੈ। ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀ ਬਾਣੀ ਨੂੰ, ਉਹਨਾਂ ਦੀਆਂ ਸਿੱਖਿਆਵਾਂ ਨੂੰ, ਉਹਨਾਂ ਨੇ ਜੋ ਕਾਰਜ ਕੀਤੇ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 13-14 ਸਾਲ ਜਿਹੜੇ ਨੇ ਉਹ ਕਰਤਾਰਪੁਰ ਵਿਖੇ ਵੀ ਬਿਤਾਏ, ਔਰ ਜਿਹੜਾ ਕਿ ਹੁਣ ਭਾਵੇਂ ਦੂਸਰੇ ਦੇਸ਼ ਵਿੱਚ ਹੈ, ਲੇਕਿਨ ਉਹਨਾਂ ਨੇ ਕਿਰਤ ਕੀਤੀ ਵੰਡ ਛਕਣ ਦੀ। ਜੋ ਸਿਧਾਂਤ ਉਹਨਾਂ ਨੇ ਦਿੱਤਾ ਉਹ ਅੱਜ ਦੇ ਸਮੇਂ ਦੇ ਵਿੱਚ ਉਹਦੀ ਬੇਹੱਦ ਜ਼ਰੂਰਤ ਹੈ। ਹੱਥੀਂ ਕੰਮ ਕਰਨਾ, ਕਿਉਂਕਿ ਹੌਲੀ ਹੌਲੀ ਜਿਹੜਾ ਉਹ ਹੱਥੀਂ ਕੰਮ ਕਰਨ ਦਾ ਰੁਝਾਨ ਜਿਹੜਾ ਉਹ ਖਤਮ ਹੋ ਰਿਹਾ ਹੈ। ਕੁਛ ਜਿਹੜੀਆਂ ਉਹ ਹਾਲਤਾਂ ਵੀ ਇਸੇ ਤਰ੍ਹਾਂ ਦੀਆਂ ਨੇ ਸਾਡੀ ਜਿਹੜੇ ਉਹ ਜ਼ਿੰਦਗੀ ਦੀਆਂ, ਪ੍ਰਗਤੀ ਦੀਆਂ, ਲੇਕਿਨ ਫਿਰ ਵੀ ਇਸ ਮਹੱਤਵ ਨੂੰ ਛੁਟਾਇਆ ਨਹੀਂ ਜਾ ਸਕਦਾ ਕਿ ਹੱਥੀਂ ਕੰਮ ਕਰਨਾ, ਕਿਰਤ ਕਰਨੀ ਔਰ ਵੰਡ ਛਕਣਾ ਔਰ ਆਪਸ ਵਿੱਚ ਮਿਲਣਾ ਵਰਤਣਾ ਔਰ ਭਰਾਵਾਂ ਵਾਂਗ ਰਹਿਣਾ, ਇਹ ਬੇਹੱਦ ਜ਼ਰੂਰੀ ਹੈ। ਇਹੀ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਬਿਲਕੁਲ ਜੀ, ਰੁਕ ਕਰ ਲੈਂਦੇ ਹਾਂ ਅਗਲੀ ਖਬਰ ਦੇ ਵੱਲ। ਕਿਸਾਨ ਜਥੇਬੰਦੀਆਂ ਦਾ ਜਿਹੜਾ ਸਰਕਾਰ ਦੇ ਨਾਲ ਰੌਲਾ ਪਿਆ ਹੋਇਆ, ਹਰ ਕੋਈ ਜਾਣਦਾ ਹੈ। ਉੱਥੇ ਕਿਸਾਨਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਸੱਦਾ ਦਿੱਤਾ ਸੀ ਸ਼ਰਤਾਂ ਸਮੇਤ, ਲੇਕਿਨ ਕਿਸਾਨਾਂ ਨੇ ਉਹ ਸੱਦਾ ਠੁਕਰਾ ਦਿੱਤਾ ਹੈ। ਹੁਣ ਅੱਗੋਂ ਕੀ ਹੋਏਗਾ? ਦੇਖੋ, ਗੱਲ ਇਹ ਹੈ ਕਿ ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਨੂੰ ਸਮਝਾ ਬੁਝਾ ਕੇ ਜੋ 3 ਖੇਤੀ ਕਾਨੂੰਨ ਪਹਿਲਾਂ ਆਏ ਸੀ,
2 ਕਾਨੂੰਨ ਜਿਹੜੇ ਆ ਉਹ ਬਾਅਦ ਵਿੱਚ ਆ ਗਏ ਤੇ ਹੁਣ ਅਸਲ ਵਿੱਚ 5 ਕਾਨੂੰਨਾਂ ਦੀ ਲੜਾਈ ਜਿਹੜੀ ਹੈ ਉਹ ਹੋ ਰਹੀ ਹੈ ਔਰ ਕਿਸਾਨ ਇਸ ਗੱਲ ਤੇ ਅੜੇ ਹੋਏ ਨੇ ਕਿ ਉਹ 5 ਦੇ 5 ਜਿਹੜੇ ਕਾਨੂੰਨ ਨੇ ਉਹ ਵਾਪਸ ਲਏ ਜਾਣ। 3 ਕਾਨੂੰਨ ਸਿੱਧੇ ਖੇਤੀ ਨਾਲ ਸੰਬੰਧਿਤ ਨੇ ਔਰ ਉਸ ਤੋਂ ਬਾਅਦ ਜਿਹੜਾ ਉਹ ਚੌਥਾ ਸੀ ਜਿਹੜਾ ਉਹ ਬਿਜਲੀ ਕਾਨੂੰਨ 2020 ਵਾਲਾ ਔਰ 5ਵਾਂ ਜਿਹੜਾ ਉਹ ਪਰਾਲੀ ਸਾੜਨ ਦੇ ਸੰਬੰਧ ਦੇ ਵਿੱਚ ਇੱਕ ਆਰਡੀਨੈਂਸ ਜਾਰੀ ਹੋ ਗਿਆ। ਉਹਦੇ ਵਿੱਚ ਇਹ ਕਰ ਦਿੱਤਾ ਹੈ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਲਾਏਗਾ ਉਹਨੂੰ ਜਿਹੜਾ ਹੈ ਉਹ 1 ਕਰੋੜ ਰੁਪਏ ਤੱਕ ਜੁਰਮਾਨਾ ਹੋਏਗਾ ਤੇ 5 ਸਾਲ ਤੱਕ ਦੀ ਕੈਦ ਹੋਏਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਸਾਨ ਇਹਨਾਂ ਚੀਜ਼ਾਂ ਨੂੰ ਲੈ ਕੇ ਪਿਛਲੇ ਲਗਾਤਾਰ ਜਿਹੜਾ ਵੈਸੇ ਤਾਂ 5 ਜੂਨ ਤੋਂ ਜਦੋਂ ਤੋਂ ਇਹ ਆਰਡੀਨੈਂਸ ਜਾਰੀ ਹੋਏ ਸੀ ਪਰ ਉਸ ਤੋਂ ਬਾਅਦ ਜਿਹੜਾ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਇਹ ਕਾਨੂੰਨ ਬਣ ਗਿਆ ਉਦੋਂ ਤੋਂ ਵਿਸ਼ੇਸ਼ ਤੌਰ ਤੇ ਕਿਸਾਨ ਜਿਹੜੇ ਆ ਉਹ ਆਪਣੇ ਖੇਤਾਂ ਚੋਂ ਨਿਕਲ ਕੇ ਸੜਕਾਂ ਤੇ ਬੈਠੇ ਨੇ ਔਰ ਹੁਣ ਜਿਹੜਾ ਹੈ ਉਹ ਪਿਛਲੇ 25 ਤਰੀਕ ਤੋਂ ਲੈ ਕੇ 26-27 ਦਾ ਉਹਨਾਂ ਦਾ ਅੰਦੋਲਨ ਸੀਗਾ ਦਿੱਲੀ ਦੀ ਘੇਰਾਬੰਦੀ ਦਾ ਅੰਦੋਲਨ 25 ਤੋਂ ਉਹ ਜਿਹੜੇ ਉਹ ਪੰਜਾਬ ਤੋਂ ਚੱਲ ਕੇ ਔਰ 25 ਸ਼ਾਮ ਔਰ 26-27 ਇਹ ਦਿਨ ਜਿਹੜੇ ਆ ਉਹ ਦਿੱਲੀ ਪਹੁੰਚ ਗਏ। ਲੇਕਿਨ ਇਹਦੇ ਵਿੱਚ ਮੰਦਭਾਗੀਆਂ ਘਟਨਾਵਾਂ ਇਹ ਵਾਪਰੀਆਂ ਕਿ ਦਿੱਲੀ ਪਹੁੰਚਣ ਦੇ ਰਾਹ ਵਿੱਚ ਜੋ ਉਹਨਾਂ ਨੂੰ ਦਿੱਕਤਾਂ ਆਈਆਂ ਜੋ ਸਰਕਾਰ ਨੇ ਉਹਨਾਂ ਪ੍ਰਤੀ ਵਤੀਰਾ ਅਪਣਾਇਆ ਉਹਦੇ ਨਾਲ ਇਹ ਸਥਿਤੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਕਾਫੀ ਜਿਹੜੀ ਉਹ ਵਿਗੜ ਗਈ। ਔਰ ਕੱਲ ਜਦੋਂ ਜਿਹੜਾ ਅਮਿਤ ਸ਼ਾਹ ਹੋਰਾਂ ਨੇ ਆਖਰਕਾਰ ਕਿਉਂਕਿ ਪਹਿਲਾਂ ਸਰਕਾਰ ਹਾਲਾਂਕਿ ਪਹਿਲਾਂ 3 ਦਸੰਬਰ ਦਾ ਸੁਨੇਹਾ ਕਿਸਾਨਾਂ ਨੂੰ ਦਿੱਤਾ ਜਾ ਚੁੱਕਾ ਹੈ ਕਿ ਉਹ ਆ ਕੇ ਗੱਲ ਕਰਨ ਲੇਕਿਨ ਉਹ ਇਹ ਕਹਿ ਰਹੇ ਆ ਕਿ 3 ਦਸੰਬਰ ਜਿਹੜੀ ਆ ਕਿਸਾਨਾਂ ਦਾ ਪੱਖ ਇਹ ਹੈ ਕਿ 3 ਦਸੰਬਰ ਦੀ ਬਜਾਏ ਇਹ ਸੁਨੇਹਾ ਜਿਹੜਾ ਹੈ ਉਹ 26-27 ਦੀ ਤਰੀਕ ਤੋਂ ਪਹਿਲਾਂ ਮਿਲਣਾ ਚਾਹੀਦਾ ਸੀ ਕਿਉਂਕਿ ਸਰਕਾਰ ਅਸਲ ਦੇ ਵਿੱਚ ਸਾਡਾ ਜ਼ੋਰ ਦੇਖਣ ਤੋਂ ਬਾਅਦ ਸਾਨੂੰ ਹੁਣ ਜਿਹੜਾ ਹੈ ਉਹ ਬੁਲਾ ਰਹੀ ਹੈ ਲੇਕਿਨ ਅਜੇ ਵੀ ਉਹ ਕਹਿ ਰਹੇ ਕਿ ਸਾਡੇ ਤੇ ਸ਼ਰਤਾਂ ਲਗਾ ਰਹੇ। ਮੈਂ ਕਿਸਾਨ ਪੱਖ ਦਾ ਜੋ ਬਿਆਨ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਹੋਰਾਂ ਦੀ ਜਿਹੜੀ ਇਹ ਗੱਲਬਾਤ ਦੀ ਪੇਸ਼ਕਸ਼ ਹੈ ਇਹ ਵੀ ਜਿਹੜੀ ਉਹ ਸ਼ਰਤਾਂ ਸਹਿਤ ਹੈ। ਪਹਿਲਾਂ ਉਹ ਕਹਿ ਰਹੇ ਨੇ ਕਿ ਬਰਾੜੀ ਦੇ ਮੈਦਾਨ ਵਿੱਚ ਤੁਸੀਂ ਆਓ ਜਦੋਂ ਤੁਸੀਂ ਆ ਜਾਓਗੇ ਉਸ ਤੋਂ ਅਗਲੇ ਦਿਨ ਅਸੀਂ ਜਿਹੜੀ ਉਹ ਗੱਲਬਾਤ ਕਰਾਂਗੇ। ਇਹਦੇ ਤੇ ਕਿਸਾਨ ਜਥੇਬੰਦੀਆਂ ਨੂੰ ਇਤਰਾਜ਼ ਹੋ ਗਿਆ ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਇਹ ਇਸ ਤਰ੍ਹਾਂ ਦੀਆਂ ਸ਼ਰਤਾਂ ਸਹਿਤ ਗੱਲਬਾਤ ਜਿਹੜੀ ਹੈ ਉਹ ਸਾਨੂੰ ਮਨਜ਼ੂਰ ਨਹੀਂ ਹੈ ਔਰ ਦੂਸਰੀ ਗੱਲ ਕਿ ਇਹ ਹੁਣ ਥੋੜੀ ਜਿਹਾ ਲੇਟ ਹੋ ਗਿਆ ਔਰ ਹੁਣ ਇਹਦੇ ਨਾਲ ਹੋਰ ਮੰਗਾਂ ਵੀ ਜੁੜਦੀਆਂ ਜਾ ਰਹੀਆਂ। ਹੋਰ ਮੰਗਾਂ ਦੇ ਵਿੱਚ ਜੋ ਕਿਸਾਨਾਂ ਨੇ ਜਿਹੜੀਆਂ ਉਹ ਮੰਗਾਂ ਜੋੜ ਦਿੱਤੀਆਂ ਨਾਲ ਇੱਕ ਤਾਂ ਇਹ ਜੋੜ ਦਿੱਤੀਆਂ ਕਿ ਕਿਸਾਨ ਸੰਘਰਸ਼ ਦੇ ਦੌਰਾਨ ਜਿਹੜੀਆਂ ਕੁਝ ਮੌਤਾਂ ਹੋ ਗਈਆਂ ਰਾਹ ਜਾਂਦਿਆਂ ਜਾਂ ਸਿਹਤ ਦੀ ਖਰਾਬੀ ਦੇ ਕਾਰਨ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਜਿਹੜਾ ਹੈ ਉਹ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏ। ਦੂਸਰਾ ਇਹ ਕਿ ਉਹਨਾਂ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਏ ਜਿਹੜੇ ਕਿਸਾਨ ਜਿਹੜੇ ਆ ਇਸ ਜਿਹੜੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਇਸ ਸੰਘਰਸ਼ ਦੇ ਵਿੱਚ। ਔਰ ਅਗਲੀ ਮੰਗ ਉਹਨਾਂ ਨੇ ਇਹ ਜੋੜ ਦਿੱਤੀ ਕਿ ਜਿਹੜਾ ਕਿਸਾਨਾਂ ਨੂੰ ਡੀਜ਼ਲ ਦਿੱਤਾ ਜਾਂਦਾ ਹੈ ਉਹ ਅੱਧੇ ਮੁੱਲ ਉੱਤੇ ਦਿੱਤਾ ਜਾਵੇ ਔਰ ਇਹ ਮੰਗਾਂ ਕਿਉਂਕਿ ਜਿੱਦਾਂ ਜਿਹੜਾ ਇਹ ਕੰਮ ਦੇਰ ਹੋ ਰਹੀ ਹੈ ਇਹਦੇ ਵਿੱਚ ਸਮਝੌਤੇ 'ਚ ਦੇਰ ਹੋ ਰਹੀ ਹੈ ਜਿਵੇਂ ਜਿਹੜਾ ਉਹ ਗੱਲਬਾਤ ਦੀ ਲੜੀ ਜਿਹੜੀ ਹੈ ਅੱਗੇ ਨਹੀਂ ਤੁਰ ਰਹੀ ਇਹਦੀਆਂ ਹੋਰ ਗੁੰਝਲਾਂ ਪੈਦਾ ਹੋ ਜਾਣ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਔਰ ਖਤਰਾ ਇਹ ਵੀ ਬਣਿਆ ਹੋਇਆ ਹੈ ਕਿ ਪਹਿਲਾਂ ਜਿਹੜੇ 3 ਬਾਰਡਰ ਕਿਸਾਨਾਂ ਨੇ ਜਿਹੜੇ ਉਹ ਘੇਰੇ ਹੋਏ ਸੀਗੇ ਦਿੱਲੀ ਤੋਂ ਜਿਹੜਾ ਉਹ ਬਾਕੀ ਸੂਬਿਆਂ ਨੂੰ ਜਾਣ ਵਾਲੇ ਉਹਦੇ ਵਿੱਚ ਹੁਣ 3 ਜਿਹੜਾ ਉਹ ਬਾਰਡਰਾਂ ਦਾ ਹੋਰ ਇਜ਼ਾਫਾ ਹੋਣ ਦਾ ਖਤਰਾ ਅੱਜ ਔਰ ਕੱਲ੍ਹ ਕਿਉਂਕਿ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਉੱਤਰ ਪ੍ਰਦੇਸ਼ ਤੋਂ ਕਿਸਾਨ ਜਿਹੜੇ ਆ ਉਹ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਦਿੱਲੀ ਪਹੁੰਚ ਰਹੇ ਆ ਤੇ ਜਿਹੜਾ ਮਥੁਰਾ ਵਾਲਾ ਬਾਰਡਰ ਬਰੇਲੀ ਵਾਲਾ ਬਾਰਡਰ ਤੇ ਜੈਪੁਰ ਵਾਲਾ ਬਾਰਡਰ ਉਹਦੇ ਉੱਤੇ ਵੀ ਕਿਸਾਨਾਂ ਨੇ ਕਿਹਾ ਕਿ ਅਸੀਂ ਅੱਜ ਔਰ ਕੱਲ੍ਹ 2 ਦਿਨਾਂ ਦੇ ਵਿੱਚ ਜਿਹੜਾ ਉਹ ਘੇਰਾਬੰਦੀ ਕਰ ਦਿਆਂਗੇ। ਅਗਰ ਇਹ ਘੇਰਾਬੰਦੀ ਇਸ ਤਰ੍ਹਾਂ ਵੱਧਦੀ ਗਈ ਜਾਂ ਲਗਾਤਾਰ ਕਈ ਦਿਨਾਂ ਤੱਕ ਚੱਲਦੀ ਗਈ ਤਾਂ ਦਿੱਲੀ ਦਾ ਜੋ ਆਮ ਜਨ ਜੀਵਨ ਹੈ ਉਹ ਕਾਫੀ ਪ੍ਰਭਾਵਿਤ ਹੋਣ ਦਾ ਖਤਰਾ ਹੈ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਕਿਸਾਨ ਆਗੂਆਂ ਦੇ ਨਾਲ ਜਿਹੜਾ ਉਹ ਬਿਨਾਂ ਸ਼ਰਤ ਗੱਲਬਾਤ ਕਰੇ। ਹਾਲਾਂਕਿ ਖੇਤੀਬਾੜੀ ਮੰਤਰੀ ਜਿਹੜੇ ਨੇ ਸਾਡੇ ਤੋਮਰ ਸਾਹਿਬ ਨਰਿੰਦਰ ਤੋਮਰ ਉਹਨਾਂ ਨੇ ਇਹ ਕੱਲ੍ਹ ਰਾਤ ਕਿਹਾ ਕਿ ਅਸੀਂ ਸਾਰੇ ਮੁੱਦਿਆਂ ਉੱਤੇ ਖੁੱਲ੍ਹੇ ਮਨ ਨਾਲ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ ਹਾਂ ਪਰ ਕਿਸਾਨ ਇਹ ਹੁਣ ਕਹਿੰਦੇ ਨੇ ਕਿ ਜਿੱਥੇ ਅਸੀਂ ਬੈਠੇ ਹਾਂ ਅਸੀਂ ਇੱਥੋਂ ਅੱਗੇ ਗੱਲਬਾਤ ਕਰਨ ਲਈ ਨਹੀਂ ਜਾਵਾਂਗੇ। ਜੇ ਸਰਕਾਰ ਨੇ ਗੱਲ ਕਰਨੀ ਹੈ ਤੇ ਉਹ ਹੁਣ ਆਪਣੀ ਕਮੇਟੀ ਜਾਂ ਆਪਣੇ ਮੰਤਰੀ ਇੱਥੇ ਹੀ ਭੇਜਣ ਜਿੱਥੇ ਅਸੀਂ ਬੈਠੇ ਹਾਂ ਕਿਉਂਕਿ ਇਹ ਜਿਹੜਾ ਡੈਡਲੌਕ ਪੈਦਾ ਹੋ ਗਿਆ ਇਹ ਤਣਾਅ ਜਿਹੜਾ ਪੈਦਾ ਹੋ ਗਿਆ ਇਹ ਇਸ ਦੇਸ਼ ਵਾਸਤੇ ਔਰ ਖ਼ਾਸ ਤੌਰ ਤੇ ਮਤਲਬ ਦਿੱਲੀ ਵਾਸਤੇ ਬਹੁਤ ਹੀ ਅਗਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਵੱਡੀਆਂ ਮੁਸ਼ਕਿਲਾਂ ਖੜੀਆਂ ਕਰ ਸਕਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿਸਾਨ ਆਗੂਆਂ ਨੂੰ ਵੀ ਚਾਹੀਦਾ ਹਾਲਾਂਕਿ ਪਿਛਲੇ 2 ਮਹੀਨਿਆਂ ਦਾ ਜੋ ਸੰਘਰਸ਼ ਹੈ ਉਹਨਾਂ ਦਾ
ਉਹ ਕਾਫੀ ਅਮਨਪੂਰਵਕ ਰਿਹਾ। ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਭੰਨ ਤੋੜ ਨਹੀਂ ਹੋਈ। ਜਿਵੇਂ ਉਹ ਬਾਰ-ਬਾਰ ਕਹਿੰਦੇ ਵੀ ਆ ਕਿ ਅਸੀਂ ਜਿਹੜਾ ਉਹ ਰੇਲਵੇ ਲਾਈਨਾਂ ਤੋਂ ਵੀ ਇੱਕ ਬੱਟਾ ਵੀ ਚੱਕ ਕੇ ਇੱਧਰ ਉੱਧਰ ਨਹੀਂ ਕੀਤਾ, ਅਸੀਂ ਪੂਰੀ ਸਿਆਣਪ ਨਾਲ ਜਿਹੜਾ ਆਪਣਾ ਸੰਘਰਸ਼ ਚਲਾ ਰਹੇ ਹਾਂ। ਲੇਕਿਨ ਜਿਹੜਾ ਉਹ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਆ ਇਹਦੇ ਵਿੱਚ, ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਹੋਰਾਂ ਨੇ ਵੀ ਇਹ ਖਦਸ਼ਾ ਜ਼ਾਹਰ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦੀ ਹਾਲਤ ਜਿਹੜੀ ਆ ਉਹ ਨਾ ਰਹੇ ਔਰ ਹਾਲਤ ਵਿਗੜ ਜਾਏ। ਉਸ ਵਿਗੜਨ ਦੇ ਪਿੱਛੇ ਕਾਰਨ ਕੀ ਆ ਇਹ ਤਾਂ ਅਜੇ ਨਹੀਂ ਪਤਾ ਲੱਗ ਰਿਹਾ। ਲੇਕਿਨ ਕੁਝ ਸ਼ਰਾਰਤੀ ਅੰਸ਼ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਨੇ ਤੇ ਕੁਦਰਤੀ ਤੌਰ ਤੇ ਕੁਝ ਸ਼ਰਾਰਤੀ ਅੰਸ਼ ਜਿਹੜੇ ਨੇ ਉਹ ਆਪਣੀ ਰਾਜਨੀਤੀ ਕਰਕੇ ਜਾਂ ਆਪਣੇ ਜਿਹੜੇ ਉਹ ਸੌੜੇ ਹਿੱਤਾਂ ਕਰਕੇ ਇਹਨਾਂ ਸੰਘਰਸ਼ਾਂ ਵਿੱਚ ਸ਼ਾਮਲ ਹੋ ਜਾਂਦੇ ਹੁੰਦੇ ਆ ਔਰ ਨੁਕਸਾਨ ਪਹੁੰਚਾ ਕੇ ਇਹਨਾਂ ਨੂੰ ਡੀਰੇਲ ਕਰ ਦਿੰਦੇ ਹੁੰਦੇ ਆ। ਇਸ ਗੱਲ ਤੋਂ ਕਿਸਾਨਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਔਰ ਸਰਕਾਰ ਨੂੰ ਵੀ ਚਾਹੀਦਾ ਕਿ ਜਿੰਨੀ ਜਲਦੀ ਹੋ ਸਕੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੀਆਂ ਸੁਣ ਕੇ ਅਗਰ ਉਹ ਅੜੇ ਹੋਏ ਨੇ ਕਿ ਕਾਨੂੰਨ ਰੱਦ ਹੋਣ ਤੇ ਜ਼ਰੂਰ ਉਹਨਾਂ ਨੂੰ ਇਸ ਗੱਲ ਲਈ ਮਨਾਇਆ ਜਾਏ ਕਿ ਉਹ ਕਿਸ ਬਿਨਾਂ 'ਤੇ ਕਾਨੂੰਨ ਰੱਦ ਕਰਨ ਲਈ ਕਹਿ ਰਹੇ ਨੇ। ਜੇ ਉਹਦੇ ਵਿੱਚ ਕੋਈ ਹੋਰ ਸੋਧ ਕਰਕੇ ਸੰਸ਼ੋਧਨ ਕਰਕੇ ਕੋਈ ਹੱਲ ਨਿਕਲਦਾ ਹੋਵੇ ਜਾਂ ਇਹਨਾਂ ਨੂੰ ਰੱਦ ਕਰਕੇ ਵੀ ਹੱਲ ਨਿਕਲਦਾ ਹੋਵੇ ਤਾਂ ਸਰਕਾਰ ਨੂੰ ਕਰਨਾ ਚਾਹੀਦਾ। ਬਿਲਕੁਲ ਜੀ, ਇੱਕ ਪਾਸੇ ਇਹ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ, ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਆਪਣੀ ਮਨ ਕੀ ਬਾਤ ਦੇ ਵਿੱਚ ਇੱਕ ਵਾਰੀ ਫਿਰ ਤੋਂ ਇਹਨਾਂ 3 ਖੇਤੀ ਕਾਨੂੰਨਾਂ ਦਾ ਪੱਖ ਪੂਰਿਆ। ਇੱਕ ਪਾਸੇ ਸਰਕਾਰ ਹੈ ਜਿਹੜੀ ਪੱਖ ਪੂਰ ਰਹੀ ਹੈ, ਦੂਜੇ ਪਾਸੇ ਕਿਸਾਨ ਨੇ ਜਿਹੜੇ ਦਿੱਲੀ ਘੇਰ ਕੇ ਬੈਠੇ ਹੋਏ ਨੇ। ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੈ। ਦੇਖੋ, ਗੱਲ ਤਾਂ ਇਹੀ ਹੈ ਕਿ ਸਰਕਾਰ ਨੇ ਆਪਣਾ ਪੱਖ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਰਕਾਰ ਜਾਂ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਸਮਝਾਵੇ, ਕਿਉਂਕਿ ਸਿਰਫ ਇੰਨਾ ਕਹਿਣ ਨਾਲ ਗੱਲ ਨਹੀਂ ਬਣਦੀ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਨੇ, ਕਿਉਂਕਿ ਹੱਕ ਵਿੱਚ ਕਿਵੇਂ ਨੇ ਇਹਦੀ ਜਿਹੜੀ ਹੈ ਉਹ ਚਰਚਾ ਬੇਹੱਦ ਜ਼ਰੂਰੀ ਹੈ। ਕਿਉਂਕਿ ਕਿਸਾਨ ਆਪਣੇ ਪੱਖ ਪੇਸ਼ ਕਰਦੇ ਨੇ। ਉਹ ਕਹਿ ਰਹੇ ਨੇ ਕਿ ਜਿਵੇਂ ਇਹ 3 ਕਾਨੂੰਨਾਂ ਦੇ ਵਿੱਚ ਜਿਹੜਾ ਪਹਿਲਾ ਕਾਨੂੰਨ ਜਿਹੜਾ ਉਹ ਹੈਗਾ ਓਪਨ ਮੰਡੀਕਰਨ ਦਾ, ਕਿ ਜਿਹੜੀ ਪਹਿਲਾਂ ਜਿਹੜਾ ਉਹ ਸੀਮਤ ਜਿਹੜਾ ਉਹ ਮੰਡੀ ਜਾੜ ਜਿਹੜਾ ਉਹਦੇ ਵਿੱਚ, ਕਿਉਂਕਿ ਪਹਿਲੇ ਰੂਪ ਦੇ ਵਿੱਚ ਫਸਲ ਉਸ ਏਰੀਏ ਦੇ ਵਿੱਚ ਵੇਚੀ ਜਾਂਦੀ ਸੀ ਪਹਿਲਾਂ, ਬਾਅਦ ਵਿੱਚ ਜਿਹੜਾ ਸਾਰੇ ਦੇਸ਼ ਦੇ ਵਿੱਚ ਜਾਂਦੀ ਸੀ। ਕਿਉਂਕਿ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਦੇਖੋ ਜੀ ਅਸੀਂ ਓਪਨ ਮੰਡੀ ਕਰ ਦਿੱਤੀ, ਜਿਹਦੇ ਵਿੱਚ ਕਿਸਾਨ ਨੂੰ ਇਹ ਖੁੱਲ੍ਹ ਦੇ ਦਿੱਤੀ ਕਿ ਉਹ ਆਪਣੀ ਜਿਣਸ ਜਿਹੜੀ ਹੈ ਉਹ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਵੇਚ ਸਕਦਾ। ਅਸਲ ਦੇ ਵਿੱਚ ਕਿਸਾਨਾਂ ਦਾ ਪੱਖ ਇਹ ਹੈ ਕਿ ਇਹ ਤਾਂ ਪ੍ਰੋਵੀਜ਼ਨ ਪਹਿਲਾਂ ਵੀ ਹੈ ਸੀ। ਮੁੱਢਲੇ ਤੌਰ ਉੱਤੇ ਪਹਿਲੀ ਖਰੀਦ ਜਿਹੜੀ ਹੈ ਉਹ ਸਥਾਨਕ ਮੰਡੀਆਂ ਦੇ ਵਿੱਚ ਹੁੰਦੀ ਸੀ, ਬਾਅਦ ਦੇ ਵਿੱਚ ਫਸਲ ਕਿਸੇ ਵੀ ਹਿੱਸੇ ਵਿੱਚ ਜਾਂਦੀ ਸੀ। ਉਹ ਇਹ ਦਲੀਲ ਦਿੰਦੇ ਆ ਕਿ ਜਿਵੇਂ ਜਿਹੜਾ ਉਹ ਸੇਬ ਜੰਮੂ ਕਸ਼ਮੀਰ ਔਰ ਹਿਮਾਚਲ ਤੋਂ ਚੱਲ ਕੇ ਸਾਰੇ ਦੇਸ਼ ਵਿੱਚ ਜਾਂਦਾ ਹੈ, ਜਿਵੇਂ ਜਿਹੜਾ ਉਹ ਪੰਜਾਬ ਦਾ ਕਿੰਨੂ ਜਿਹੜਾ ਉਹ ਪੰਜਾਬ ਤੋਂ ਚੱਲ ਕੇ ਕਲਕੱਤਾ ਤੱਕ ਜਾਂਦਾ ਹੈ, ਜਿਵੇਂ ਨਾਗਪੁਰੀ ਸੰਤਰੇ ਜਿਹੜੇ ਆ ਉਹ ਨਾਗਪੁਰ ਤੋਂ ਚੱਲ ਕੇ ਜਿਹੜਾ ਉਹ ਅੰਮ੍ਰਿਤਸਰ ਜਲੰਧਰ ਤੱਕ ਵੀ ਪਹੁੰਚ ਜਾਂਦੇ ਆ। ਇਸ ਕਰਕੇ ਇਹ ਪਹਿਲਾਂ ਹੀ ਜਿਹੜਾ ਇਹ ਓਪਨ ਸੀ। ਇਸ ਗੱਲ ਨੂੰ ਜਿਹੜਾ ਉਹ ਸਰਕਾਰ ਉਲਝਾ ਰਹੀ ਹੈ। ਇਹ ਜਿਹੜਾ ਕਿਸਾਨਾਂ ਦਾ ਪੱਖ ਹੈ ਔਰ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਮੁੱਢਲੇ ਤੌਰ ਤੇ ਇਹਨੂੰ ਓਪਨ ਕਰਕੇ ਅਸੀਂ ਸਗੋਂ ਕਿਸਾਨਾਂ ਨੂੰ ਇਹ ਖੁੱਲ੍ਹ ਦੇ ਦਿੱਤੀ ਕਿ ਉਹ ਆਪਣੀ ਜਿਣਸ ਦੀ ਮਜਬੂਰੀ ਨਹੀਂ ਹੈ ਉਹਨਾਂ ਨੂੰ ਕਿ ਉਹ ਸਥਾਨਕ ਮੰਡੀ ਵਿੱਚ ਹੀ ਵੇਚਣ, ਉਹ ਬਾਹਰ ਵੀ ਲਿਜਾ ਸਕਦੇ। ਇਹਦੇ ਇਵਜ਼ ਵਿੱਚ ਵੀ ਕਿਸਾਨ ਇਹ ਕਹਿੰਦੇ ਆ ਕਿ ਅਸੀਂ ਬਾਹਰਲੇ ਜਿਹੜਾ ਉਹ ਸਟੇਟਾਂ ਤੱਕ ਜਾਣ ਦੀ, ਕਿਉਂਕਿ ਸੁਵਿਧਾ ਸਧਾਰਨ ਕਿਸਾਨ ਕੋਲ, ਕਿਉਂਕਿ ਕਿਸਾਨ ਜਿਹੜਾ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਔਰ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜੀਆਂ ਨਾਲ ਲੱਗਦੀਆਂ ਸਟੇਟਾਂ ਉੱਤਰ ਭਾਰਤ ਦੀਆਂ, ਉਹਦੇ ਵਿੱਚ ਬਹੁਤ ਵੱਡੀ ਜ਼ਗੀਰਦਾਰੀ ਤਾਂ ਹੈ ਨਹੀਂ ਗੀ। ਅਸਲ ਦੇ ਵਿੱਚ ਜਿੰਨੇ ਕਿਸਾਨ ਨੇ ਸਾਡੇ, ਉਹਦੇ ਵਿੱਚੋਂ 70% ਕਿਸਾਨ ਜਿਹੜੇ ਨੇ ਉਹ 5 ਏਕੜ ਤੋਂ ਘੱਟ ਵਾਲੇ ਕਿਸਾਨ ਨੇ। ਸਿਰਫ 30% ਕਿਸਾਨ ਹੈ ਜਿਹੜੇ 5 ਏਕੜ ਤੋਂ ਉੱਪਰ ਵਾਲੇ ਹੈ। ਔਰ ਇਸ ਕਰਕੇ ਜਿਹੜਾ ਇਹ ਡੈਡਲੌਕ ਇਸ ਕਰਕੇ ਬਣਿਆ ਹੋਇਆ ਕਿ ਦੋਨਾਂ ਪੱਖਾਂ ਦੀਆਂ ਦਲੀਲਾਂ ਜਿਹੜੀਆਂ ਨੇ ਉਹ ਆਪੋ ਆਪਣੇ ਥਾਂ ਦੇਖਣ ਨੂੰ ਜਾਇਜ਼ ਲੱਗਦੀਆਂ ਨੇ, ਲੇਕਿਨ ਜਦੋਂ ਇੱਕ ਦੂਜੇ ਦੀ ਗੱਲ ਸੁਣੀ ਜਾਂਦੀ ਹੈ ਤਾਂ ਫਿਰ ਜਿਹੜਾ ਉਹ ਲੱਗ ਰਿਹਾ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਪਚੀਦਗੀਆਂ ਨੇ, ਬਹੁਤ ਸਾਰੀਆਂ ਗੁੰਝਲਾਂ ਨੇ। ਉਹਨਾਂ ਗੁੰਝਲਾਂ ਨੂੰ, ਪਚੀਦਗੀਆਂ ਨੂੰ ਹੱਲ ਕਰਨਾ ਜਿੱਥੇ ਤੱਕ ਜ਼ਰੂਰੀ ਹੈ, ਉੱਥੇ ਜਿਹੜਾ ਉਹ ਇਸ ਦੇਸ਼ ਦੀ ਜਿਹੜੀ ਹੈ ਉਹ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ, ਇਸ ਦੇਸ਼ ਦੀ ਜਿਹੜੀ ਉਹ ਜਿਸ ਤਰ੍ਹਾਂ ਦਾ ਖਤਰਾ ਜਿਹੜਾ ਅੱਗੇ ਪੈਦਾ ਹੋ ਰਿਹਾ ਕਿ ਆਮ ਲੋਕ ਜਿਹੜੇ ਆ ਉਹਨਾਂ ਦਾ ਜਨ ਜੀਵਨ ਇਹਦੇ ਨਾਲ ਪ੍ਰਭਾਵਿਤ ਨਾ ਹੋ ਜਾਏ, ਔਰ ਵਿਸ਼ੇਸ਼ ਤੌਰ ਤੇ ਜਿਹੜਾ ਰਾਜਧਾਨੀ ਦਿੱਲੀ ਦੇ ਲੋਕਾਂ ਦਾ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਹੋਣ ਦਾ ਖਤਰਾ ਲਗਾਤਾਰ ਬਣਿਆ ਹੋਇਆ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਕੱਲ੍ਹ ਜਿਹੜਾ ਉਹ ਫਿਰ ਇਹ ਗੱਲ ਬਹੁਤ ਜ਼ੋਰ ਦੇ ਕੇ ਕਹੀ ਹੈ ਕਿ ਅਸੀਂ, ਕਿਉਂਕਿ ਜਿਹੜਾ ਉਹ ਉਹਨਾਂ ਦਾ ਇਹ ਟੀਚਾ ਹੈ ਕਿ 2024 ਤੱਕ ਜਿਹੜਾ ਉਹ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨਾ ਹੈ ਤੇ 2024 ਤੱਕ ਜਿਹੜਾ ਕਿਸਾਨ ਦੀ ਹਾਲਤ ਸੁਧਾਰਨੀ ਆ, ਤੇ ਇਹ ਬਿੱਲ ਜਿਹੜੇ ਆ ਉਸ ਹਾਲਤ ਨੂੰ ਸੁਧਾਰਨ ਵੱਲ ਇੱਕ ਵੱਡਾ ਮੀਲ ਪੱਥਰ ਸਾਬਤ ਹੋਣਗੇ। ਇਹ ਪ੍ਰਧਾਨ ਮੰਤਰੀ ਜੀ ਦਾ
ਕਹਿਣਾ ਹੈ। ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੇ ਕੱਲ ਮਿਸਾਲਾਂ ਦੇ ਕੇ ਵੀ, ਇੱਕ ਜਤਿੰਦਰ ਕਿਸਾਨ ਦੀ ਮਿਸਾਲ ਦੇ ਕੇ ਜੋ ਮਹਾਰਾਸ਼ਟਰ ਦਾ ਸੀ, ਤੇ ਉਹਦੇ ਮਿਸਾਲ ਦੇ ਕੇ ਕਿ ਉਹਦਾ ਜਿਹੜਾ ਆਪਣੀ ਫਸਲ ਦਾ ਬਕਾਇਆ ਜਿਹੜਾ ਹੈ ਉਹਨੂੰ 3 ਦਿਨ ਦੇ ਅੰਦਰ ਅੰਦਰ ਮਿਲ ਗਿਆ। ਤੇ ਅਸੀਂ ਇਸ ਨਵੇਂ ਕਾਨੂੰਨ ਦੇ ਵਿੱਚ ਇਹ ਵੀ ਪ੍ਰੋਵੀਜ਼ਨ ਕੀਤੀ ਹੈ, ਜਦੋਂ ਕਿ ਪਹਿਲਾਂ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਨਹੀਂ ਸੀ। ਪਹਿਲਾਂ ਜਿਹੜਾ ਉਹ ਮਹੀਨਿਆਂ ਬੱਧੀ ਕਿਸਾਨਾਂ ਨੂੰ ਉਹਨਾਂ ਦੀ ਜਿਣਸ ਦਾ ਮੁੱਲ ਜਿਹੜਾ ਹੈ ਉਹ ਆੜ੍ਹਤੀਏ ਨਹੀਂ ਦਿੰਦੇ ਸੀਗੇ। ਤੇ ਜਦੋਂ ਕਿ ਅਸੀਂ ਹੁਣ ਇਹ ਪ੍ਰੋਵੀਜ਼ਨ ਕਰ ਦਿੱਤੀ ਹੈ ਕਿ ਉਹ 3 ਦਿਨ ਦੇ ਅੰਦਰ ਅੰਦਰ ਉਹਨੂੰ ਭੁਗਤਾਨ ਹੋਏਗਾ। ਔਰ ਉਹਨਾਂ ਨੇ ਕੱਲ ਮਨ ਕੀ ਬਾਤ ਦੇ ਵਿੱਚ ਇਹ ਮਿਸਾਲ ਵੀ ਪੇਸ਼ ਕੀਤੀ ਇੱਕ ਕਿਸਾਨ ਦੀ ਕਿ ਉਹਨੂੰ 3 ਦਿਨ ਦੇ ਵਿੱਚ ਜਦੋਂ ਉਹਨੇ ਸ਼ਿਕਾਇਤ ਕੀਤੀ ਤੇ ਉਹਨੂੰ ਬਕਾਇਆ ਮਿਲ ਗਿਆ। ਅਗਰ ਇਸ ਤਰ੍ਹਾਂ ਦੀਆਂ ਇਹ ਸਾਰੀਆਂ ਗੱਲਾਂ ਲੇਕਿਨ ਕਿਸਾਨਾਂ ਨੂੰ ਸਮਝਾਉਣੀਆਂ ਬਹੁਤ ਜ਼ਰੂਰੀ ਨੇ, ਤੇ ਜਿੰਨਾ ਚਿਰ ਇਹ ਗੱਲਾਂ ਸਮਝਾਈਆਂ ਨਹੀਂ ਜਾਂਦੀਆਂ ਜਾਂ ਜਿੰਨਾ ਚਿਰ ਇਹਨੂੰ ਦਲੀਲ ਨਾਲ ਕੱਟਿਆ ਨਹੀਂ ਜਾਂਦਾ ਜਾਂ ਜਿੰਨਾ ਚਿਰ ਗਰਾਊਂਡ ਰਿਐਲਿਟੀ ਤੇ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਸਾਕਾਰ ਦਿਸਣ ਨਹੀਂ ਲੱਗਦੀਆਂ, ਉਹਨਾਂ ਚਿਰ ਇਹ ਕਿਸਾਨ ਅੰਦੋਲਨ ਜਿਹੜਾ ਉਹ ਸ਼ਾਂਤ ਹੋਣ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਾਡੇ ਸਾਰੇ ਬੁੱਧੀਜੀਵੀਆਂ ਨੂੰ ਵੀ, ਸਾਡੇ ਸਾਰੇ ਚਿੰਤਕਾਂ ਨੂੰ ਵੀ ਔਰ ਸਰਕਾਰ ਦੇ ਉਹਨਾਂ ਪੱਖਾਂ ਨੂੰ ਵੀ ਔਰ ਬਹੁਤ ਸੁਚੇਤ ਹੋ ਕੇ ਜਿਹੜਾ ਉਹ ਕਿਸਾਨਾਂ ਨਾਲ ਗਹਿਰੇ ਰੂਪ ਦੇ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਰੁਕ ਕਰ ਲੈਂਦੇ ਹਾਂ ਅਗਲੀ ਖਬਰ ਦੀ ਵੱਲ। ਅਗਲੀ ਖਬਰ ਜਿਹੜੀ ਹੈ ਕਰੋਨਾ ਦੇ ਨਾਲ ਸੰਬੰਧਿਤ ਹੈ। ਕਰੋਨਾ ਦੇ ਦੁਨੀਆ ਭਰ ਦੇ ਵਿੱਚ ਕੇਸ 6 ਕਰੋੜ ਤੋਂ ਉੱਪਰ ਟੱਪ ਚੁੱਕੇ ਨੇ। ਭਾਰਤ ਦੇ ਵਿੱਚ ਵੀ ਗਿਣਤੀ ਲਗਾਤਾਰ ਵੱਧ ਰਹੀ ਹੈ। ਲੇਕਿਨ ਸੁਖਾਵੀ ਖਬਰ ਇਹ ਹੈ ਕਿ ਇੱਕ ਪਾਸੇ ਠੰਡ ਵਧਣ ਦੇ ਨਾਲ, ਸਰਦੀ ਵਧਣ ਦੇ ਨਾਲ ਜਿੱਥੇ ਦੁਨੀਆ ਭਰ ਦੇ ਵਿੱਚ 17% ਜਿਹੜੀ ਕੇਸਾਂ ਦੀ ਵ੍ਰਿੱਧੀ ਹੋਈ ਹੈ, ਦੂਜੇ ਪਾਸੇ ਭਾਰਤ 'ਚ ਇਹੋ ਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਅਸਲ ਵਿੱਚ ਇਹ ਲੱਗ ਰਿਹਾ ਹੈ ਕਿ ਜਿਹੜਾ ਕਰੋਨਾ ਦਾ ਜੋ ਬਿਮਾਰੀ ਹੈ, ਜੋ ਵਾਇਰਸ ਹੈ, ਉਹ ਵੀ ਜਿਹੜਾ ਉਹ ਆਪਣੇ ਤੌਰ ਤੇ ਰੰਗ ਬਦਲ ਰਿਹਾ ਜਿਵੇਂ ਜਿਵੇਂ, ਕਿਉਂਕਿ ਆਪਣੇ ਤੌਰ ਤੇ ਇੱਕ ਨਵਾਂ ਵਾਇਰਸ ਹੈ ਜਿਹਦੀ ਸਟੱਡੀ ਬਹੁਤ ਗਹਿਰੇ ਰੂਪ ਵਿੱਚ ਨਹੀਂ ਹੋਈ ਹੈ। ਔਰ ਜਿੱਦਾਂ ਜਿੱਦਾਂ ਇਹ ਆਪਣਾ ਪ੍ਰਭਾਵ ਛੱਡ ਰਿਹਾ ਉਵੇਂ ਉਵੇਂ ਇਹ ਸਟੱਡੀ ਜਿਹੜੀ ਉਹ ਅੱਗੇ ਵੱਧ ਰਹੀ ਹੈ। ਕਿਉਂਕਿ ਪਹਿਲਾਂ ਇਹ ਕਿਹਾ ਗਿਆ ਸੀ ਕਿ ਗਰਮੀ ਵੱਧ ਜਾਏਗੀ ਤੇ ਇਹ ਖਤਮ ਹੋ ਜਾਏਗਾ ਵਾਇਰਸ। ਹੁਣ ਇਹ ਕਿਹਾ ਜਾ ਰਿਹਾ ਕਿ ਠੰਡ ਵੱਧ ਰਹੀ ਹੈ ਤੇ ਇਹ ਵਾਇਰਸ ਖਤਮ ਹੋ ਰਿਹਾ। ਅਸਲ ਦੇ ਵਿੱਚ ਇਹ ਕਿ ਜਿਵੇਂ ਜਿਵੇਂ ਅਸੀਂ ਸਜਗ ਹੋਵਾਂਗੇ, ਜਿਵੇਂ ਜਿਵੇਂ ਅਸੀਂ ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਵਧਾਵਾਂਗੇ, ਜਿਵੇਂ ਜਿਵੇਂ ਅਸੀਂ ਮਾਸਕ ਦਾ ਖਿਆਲ ਰੱਖਾਂਗੇ, ਉਵੇਂ ਉਵੇਂ ਹੀ ਜਿਹੜਾ ਅਸੀਂ ਇਹਦੇ ਉੱਤੇ ਫਿਲਹਾਲ ਕਾਬੂ ਪਾ ਸਕਦੇ ਹਾਂ, ਜਿੰਨਾ ਚਿਰ ਵੈਕਸੀਨ ਨਹੀਂ ਆਉਂਦੀ। ਪ੍ਰਧਾਨ ਮੰਤਰੀ ਜੀ ਨੇ ਕੱਲ ਦੌਰਾ ਕੀਤਾ ਵੱਖ-ਵੱਖ ਥਾਵਾਂ ਦਾ ਜਿੱਥੇ ਵੈਕਸੀਨ ਜਿਹੜੀ ਉਹ ਬਣ ਰਹੀ ਹੈ, ਔਰ ਤਸੱਲੀ ਦੀ ਖਬਰ ਇਹ ਹੈ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਇਹ ਸਾਡੇ ਕੋਲ ਪਹੁੰਚ ਜਾਏਗੀ। ਜੀ ਬਿਲਕੁਲ ਜੀ। ਮੌਸਮ ਦੀ ਗੱਲ ਕਰ ਲੈਂਦੇ ਹਾਂ ਜਾਂਦੇ ਜਾਂਦੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਮੌਸਮ ਜਿੱਥੇ ਵੱਧ ਰਿਹਾ ਉੱਥੇ ਹੀ ਕਰੋਨਾ ਦੇ ਨਾਲ ਵੀ ਨਜਿੱਠਣ ਦੀ ਲੋੜ ਹੈ। ਸੋ ਜੌਲ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਇੰਨੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ।